ਹੁਣ ਆਪਾਂ ਖੜੇ ਆ ਮੰਗਣ ਪੈਟਰੋਲ ਪੰਪ ਤੇ। ਪੈਟਰੋਲ ਪੰਪ ਤੇ ਖੜਨ ਦਾ ਕਾਰਨ ਇਹ ਹੈ ਵੀ ਸਾਈਕਲ ਤੇ ਪਰਮਿਸ਼ਨ ਨਹੀਂ ਮਿਲੀ ਤੇ ਹੁਣ ਆਪਾਂ ਗਾਂ ਜਾਵਾਂਗੇ ਇਸ ਮੋਟਰਸਾਈਕਲ ਤੇ। ਇਦੋਂ ਗਾਂ ਕਿਤੇ ਵੀ ਪੰਪ ਹੈ ਨਹੀਂ ਗਿਆ, ਲਗਭਗ ਚੁੰਗਥਾਂ ਤੱਕ ਹੀ ਹੋਣੀ ਹੈ ਨਾ, ਉੱਥੇ भी 120 रुपये है। चुंगथांग मिल जाएगा पंप, पेट्रोल पंप है ये लास्ट है, इसके बाद आगे कहीं भी नहीं। गांव जी मिलता दुकानों दुकानों तो मिलता तो उत्थे 120 रुपये 125 रुपये लीटर आ। तो अगर हम इतों एक टैंकी भरा ली आ, बाकी गांव जाके जिथे फिर खरीदना पेगा उत्थे कितना हो गया? 400 1400 हो गया, 1400 रुपये का हो गया भाई। हाँ मेरा बटू कटो तो कार्ड आ। हम आप कराने कार्ड स्वाइप, यहाँ पे आगे एटीएम तो मिल जाएगा, आगे मिल जाएगा, आगे ऊपर तक मिल जाएगा। आगे भी है एटीएम ऊपर? पूरा है। लाचुंग में है, चुंगथांग में है, लाचुंग में है, लाचुंग में है। ਹੁਣ ਆਪਾਂ ਤੁਰ ਪਿਆ ਮੰਗਲ ਤੋਂ। ਅੱਜ ਆਪਣੇ ਕੋਲੇ ਹੈਗਾ ਫਿਰ ਮੋਟਰਸਾਈਕਲ ਤੇ ਇੱਥੋਂ ਚੌਂਕਥਾਂਗ ਹੈਗਾ 20-22 ਕਿਲੋਮੀਟਰ ਵਾਟ। ਉੱਥੇ ਗੁਰਦੁਆਰਾ ਸਾਹਿਬ ਆ, ਪਹਿਲਾਂ ਤਾਂ ਆਪਾਂ ਉੱਥੇ ਜਾਵਾਂਗੇ, ਫਿਰ ਉਦੋਂ ਗਾਂ ਦਾ ਰੂਟ ਕੱਢਾਂਗੇ ਲਾਚੰਗ ਵਾਲੀ ਸਾਈਡ ਨੂੰ। ਪਹਾੜ ਤੁਹਾਨੂੰ ਵਿਖਾ ਦਈਏ। ਅੱਜ ਸਾਈਕਲ ਵਾਲੀ ਗੱਲ ਤਾਂ ਨਹੀਂ ਬਣਨੀ ਗੀ, ਉਹਦਾ ਮੋਟਰਸਾਈਕਲ ਵਾਲਾ ਹਿਸਾਬ ਦਾ ਤਾਂ ਥੋੜ੍ਹਾ ਹੋਰ ਹੀ ਹੁੰਦਾ, ਤੇ ਫਿਰ ਵੀ ਕਰਾਂਗੇ ਕੋਸ਼ਿਸ਼ ਜਿੰਨੇ ਕੁ ਪਹਾੜ ਭੂੜ ਦੇ ਆਉਂਦੇ ਵਿੱਚ। ਆਪਾਂ ਇੱਕ ਵਾਰੀ ਆਹ ਪਹਾੜ ਵੀ ਵੇਖ ਲਈਏ। ਇਹ ਸਾਰੀ ਕੰਚਨਜੰਗਾ ਵਾਲੀ ਲੜੀ ਆ। ਆ ਉੱਪਰ ਬਰਫ਼ 'ਚ ਸਵੇਰੇ ਕੰਚਨਜੰਗਾ ਦਾ ਵਿਊ ਇੱਥੇ ਬਹੁਤ ਸੋਹਣਾ ਦਿਸਦਾ। ਬਹੁਤ ਸੋਹਣਾ ਇਲਾਕਾ ਸਿੱਕਮ ਦਾ ਵੀ। 11:30 ਦਾ ਟਾਈਮ ਹੋ ਗਿਆ। ਮੈਂ ਅੱਜ ਹੈਗਾ ਇਹਦਾ ਡਰਾਈਵਰ ਤੇ ਕੁੱਦਾ ਲੱਦਿਆ ਇੱਧਰੋਂ 4 ਸਪੇਰਿਓਂ। ਇਹਦੇ 'ਚ ਬਾਹਲਾ ਨਹੀਂ ਤਾਂ 20-22 ਕਿਲੋ ਵਜਨ ਦਾ ਆਰਾਮ ਨਾਲ ਹੋਊਗਾ। ਸੋਹਣਾ ਲੱਗਦਾ ਅੱਜ ਕੁੱਦਿਆ, ਸੋਹਣਾ ਲੱਗਦਾ ਬਾਈ। ਮੇਰੇ ਜੋੜੇ ਦਿਖਾ ਦੇ। ਜੋੜੇ ਵੀ ਦਿਖਾ ਦੇਣੇ ਤੇਰੇ। ਲੈ ਮੈਂ ਵੀ ਦਿਖਾਊਂਗਾ ਆਪਣੇ ਵਾਟਰ ਪ੍ਰੂਫ। ਹੁਣ ਭੇਜਦੇ ਭੁੱਜਦੇ ਨਹੀਂ ਇਹ। ਅੱਜ ਸਾਡਾ ਸਾਰਾ ਹਿਸਾਬ ਕਿਤਾਬ ਵੀ ਬਦਲਿਆ ਹੋਇਆ। ਮੈਂ ਅਗਲੇ ਵਾਰ ਟੰਗੀ ਫਿਰਦਾ ਕਿੱਟ ਭਰ ਕੇ ਇੱਕ, ਤੇ ਅਮਰ ਤੋਂ ਮੋਢਾ ਤੇ ਟੰਗੀ ਫਿਰਦਾ। ਇਹ ਬੈਗ ਬੂਗ ਵੀ ਸਾਨੂੰ ਇੱਥੋਂ ਲੈਣੇ ਪਏ ਆ ਕੇ। ਪਤਾ ਲੱਗ ਗਿਆ ਵੀ ਭਾਈ ਆਹ ਹਿਸਾਬ ਕਿਤਾਬ ਹੁਣ। ਇੱਥੋਂ ਮਗਰਲਾ ਝਰਨਾ ਬਹੁਤ ਸੋਹਣਾ, ਉਹ ਦੇਖਦੇ ਆ ਪੂਰਾ ਉਹਨੂੰ ਵੀ। ਉੱਧਰੋਂ ਆਉਂਦਾ ਝਰਨਾ ਇਹ, ਤੇ ਇੱਧਰ ਬਣਦਾ ਵਿਊ ਇਹਦਾ। ਪੌੜੀਆਂ ਜਿਹੀਆਂ ਜਾਂਦੀਆਂ ਇਹ। ਇੱਥੇ ਪੂਰਾ ਮੇਲਾ ਲੱਗਿਆ ਹੁੰਦਾ। ਹੋਰ 2 ਘੰਟੇ ਨੂੰ ਟੂਰਿਸਟ ਤੁਰ ਪੈਣਗੇ ਹੋਟਲ ਹਾਟਲਾਂ 'ਚੋਂ ਨਿਕਲ ਕੇ, ਤੇ ਇੱਥੇ ਪੂਰੀਆਂ ਫੋਟੋਆਂ ਖਿੱਚੀਆਂ ਜਾਂਦੀਆਂ। ਥੱਲੇ ਡਿੱਗਦਾ ਇਹਨੂੰ ਇਹ। ਉਹ ਸਾਹਮਣਾ ਵਿਊ ਵੀ ਬਹੁਤ ਸੋਹਣਾ ਪਹਾੜਾਂ ਦਾ। ਪਾਣੀ ਇਹਦਾ ਵੀ ਬਹੁਤ ਸਾਫ਼ ਆ। ਜਿਵੇਂ ਮੇਘਾਲਿਆ 'ਚ ਪਾਣੀ ਵਹਿੰਦੇ ਸੀ ਨਾ, ਉਵੇਂ ਹੀ ਪਾਣੀ ਆ। ਤੁਹਾਨੂੰ ਨਿੱਕੀ ਨਿੱਕੀ ਰੋੜੀ ਵੀ ਪਈ ਦਿਸਦੀ ਆ। ਬੜਾ ਕਮਾਲ ਆ। ਮੀਂਹ ਤਾਂ ਇੱਥੇ ਹਰਿਆਣਾ ਹੀ ਆਉਂਦਾ, ਰਾਤ ਨੂੰ ਤਾਂ ਆਉਣੀ ਆਉਣਾ ਨਹੀਂ ਤਾਂ ਲਗਭਗ ਇਹ ਕਹਿੰਦੇ ਵੀ ਟਾਈਮ 2:30 ਵਜੇ ਵਰਖਾ ਸ਼ੁਰੂ ਹੋ ਜਾਂਦੀ ਆ। 2:30 ਤੋਂ ਲੈ ਕੇ 2:45 ਤੱਕ ਕਹਿੰਦੇ ਸਾਨੂੰ ਪਤਾ ਹੁੰਦਾ ਵੀ ਹੁਣ ਮੀਂਹ ਬਸ ਆ ਹੀ ਜਾਣਾ, ਤੇ ਸਾਰੀ ਰਾਤ ਮੀਂਹ ਪੈਂਦਾ। ਥੱਲੇ ਦੀ ਪਾਣੀ ਨਿਕਲਦਾ ਤੇ ਉਧਰਲੇ ਪਾਸੇ ਪਹਿਲੇ ਪਾਸੇ। ਅੱਜ ਆਪਣੇ ਕੋਲੇ ਆਹ ਸੰਦਾ ਕਲਾਸਿਕ 350 ਸੀਸੀ ਰੋਇਲ ਐਨਫੀਲਡ, ਤੇ ਇੱਧਰ ਗੱਭਰੂ ਦੇ ਕਹਿੰਦੇ ਪਤਾ ਹੀ ਨਹੀਂ ਕਿੰਨੇ ਕੁ ਸੀਸੀ ਇੰਜਨ ਆ। ਵੱਡੇ ਇੰਜਨ ਆ ਵੱਡੇ। ਦੇਖੀ ਕੋਈ ਨਹੀਂ। ਇਹਦੇ ਆਹ ਬਾਲੀਆਂ ਮੱਖ ਜਿਹਾ ਵਾਲਾ ਹੈ ਨਾ, ਮੱਖੀਆਂ ਜੀਆਂ, ਮੱਕੜੀਆਂ ਜੀਆਂ ਵਾਲੀਆਂ। ਅਮਰ ਤਾਂ ਇੱਧਰ ਬਾਹਲਾ ਸੋਹਣਾ ਵਿਊ ਦਿਸਦਾ ਹੈ ਨਾ। ਚਿੱਟੇ ਜਿਹੇ ਪਹਾੜ ਆ ਉੱਤੇ, ਥੱਲੇ ਹਰੇ ਆ, ਤੇ ਨੀਲਾ ਅਸਮਾਨ ਆ ਗਿਆ ਉੱਤੇ। ਟੂਰਿਸਟ ਲੰਘੀ ਇੱਧਰ ਵਾਪਸ ਮੁੜੇ ਆਉਂਦੇ ਸਾਰੇ ਇਹ ਨਾ। ਬੂਟ ਨਵੇਂ ਲਿਆ ਵਾਟਰ ਪ੍ਰੂਫ, ਤੇ ਸਾਨੂੰ ਯਕੀਨ ਨਹੀਂ ਆਉਂਦਾ ਵੀ ਐਂ ਵੀ ਹੁੰਦੇ ਵੀ ਪਾਣੀ ਨਾਲ ਹੀ ਨਹੀਂ ਲੱਗਦਾ ਕਿ ਸੁੱਕੇ ਦੇ ਸੁੱਕੇ ਨਿਕਲੇ ਆਉਂਦੇ ਵਿੱਚੋਂ। ਪਾਣੀ ਮਤਲਬ ਨਾਲ ਹੀ ਨਹੀਂ ਲੱਗਦਾ ਨਾ ਇਹਨਾਂ ਦੇ।
ਲਓ ਜੀ ਪਿਉਲਾ ਨਾ ਡਰ। ਵੱਡੇ ਹੋਟਲ ਰੈਸਟੋਰੈਂਟ ਤਾਂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਜਾ ਵੀ ਕੁਦਰਤ ਦਾ ਆਹੀ ਹੁੰਦੀ ਹੈ ਨਾ। ਝਰਨਾ ਕਿੰਨਾ ਦੇ ਕਿੱਥੋਂ ਆਉਂਦਾ ਕਿੰਨਾ ਉੱਚਾ ਨਾ। ਉਹ ਸਾਹਮਣੇ ਜਮਾਂ ਪਹਾੜਾਂ ਦੇ ਉੱਤੇ ਪਿੰਡ ਵਸਿਆ ਹੋਇਆ। ਅੱਜ ਅਸਲ ਵਿੱਚ ਮੋਟਰਸਾਈਕਲ ਆ ਤੇ ਆਹ ਪਿੰਡ ਆ ਤੇ ਹਸਪੀਟਲ ਲਿਖਿਆ ਹੋਇਆ। ਗਾਂ ਹੋਊਗਾ ਪਿੰਡ ਹੀ ਪੂਰਾ ਇਹ। ਆਵੇ ਇੱਥੇ ਵੀ ਹੈਗਾ ਉਫਾਨ ਜਿੰਨਾ ਇਹਦਾ ਉਹ ਵੱਡਾ ਪੋਸਟ ਆਫਿਸ ਨਾ। ਗਾਂ ਰੋਕਦਾ ਜਿੱਦਾਂ ਉਹ ਸਾਹਮਣੇ ਘਰ ਆ ਮਤਲਬ ਕਿੰਨੇ ਉੱਤੇ ਆ ਉਹ ਦਿਖਾਈਏ। ਤਾਰਾਂ ਦੇ ਵਿੱਚ ਦੀ ਆ ਜਮਾਂ ਤਾਂ ਉਹ ਪੂਰੀ ਵਸੋ ਆ ਪੂਰਾ ਪਿੰਡ ਵਸਿਆ ਹੋਇਆ। ਇਹ ਆ ਨਾਂਗਾ ਕਿੰਨਾ ਆ ਨਾਗਾ ਪਿੰਡ ਆ। ਇਹ ਇੱਥੇ ਲਿਖਿਆ ਹੋਇਆ ਨਾਗਾ ਸਕੂਲ। ਇੱਥੇ ਕਿਤੇ ਸਕੂਲ ਹੋਣਾ ਪਿੰਡ ਦਾ। ਅੰਮ੍ਰਿਤ ਗਾਂ ਆ ਗਿਆ ਵੀ ਰੋਟੀ ਪਾਣੀ ਵਾਲਾ ਪ੍ਰੋਗਰਾਮ ਵੀ। ਟੈਲੀਫੋਨ ਤੇ ਟੈਲੀਫੋਨ। ਅੱਛਾ ਬਾਬਾ ਕੀ ਹੋ ਗਿਆ ਸੀਗਾ? ਭਾਰ ਬਹੁਤ ਅੱਜ ਦੇ ਮੋਢਿਆਂ ਤੇ। ਬੈਗ ਪੂਰਾ ਤੁੰਨ ਕੇ ਭਰਿਆ ਪਿਆ। ਪਹਾੜਾਂ 'ਚ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ, ਕਦੋਂ ਮੀਂਹ ਪੈਣ ਲੱਗ ਪਏ ਇੱਥੇ ਤੇ ਕਦੋਂ ਧੁੱਪ ਨਿਕਲ ਆਵੇ। ਸੋ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ। ਹੁਣ ਆਪਾਂ ਆਪਣੇ ਪਾਉਣੇ ਉਹੀ ਵਾਟਰਪ੍ਰੂਫ ਕੱਪੜੇ, ਕਿਉਂਕਿ ਇਦੋਂ ਗਾਂਹ ਜਿਵੇਂ ਜਿਵੇਂ ਆਪਾਂ ਉੱਚੇ ਪਾਸੇ ਵੱਲ ਜਾਵਾਂਗੇ ਮੀਂਹ ਵਧੂਗਾ ਹੀ, ਘਟਦਾ ਨਹੀਂ ਹੈਗਾ। ਸਾਰਾ ਸਿੱਕਮ ਦੂਰ ਤੱਕ ਜਿੱਥੇ ਮਰਜ਼ੀ ਨਿਗਾਹ ਮਾਰ ਲਓ ਹਰੇ ਪਹਾੜ ਆ। ਸਾਰਾ ਸਿੱਕਮ ਹਰਾ ਹਰਾ। ਆਰਗੈਨਿਕ ਫਸਲਾਂ ਹੁੰਦੀਆਂ, ਆਰਗੈਨਿਕ ਸਬਜ਼ੀਆਂ ਹੁੰਦੀਆਂ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਯੂਰੀਆ ਕੀ ਆ, DAP ਕੀ ਆ। ਜੇ ਕਿਤੇ ਕੋਈ ਭੁੱਲ ਭੁਲੇਖੇ ਪਾਲੇ ਤਾਂ ਪੁਲਿਸ ਵਾਲੇ ਨਾਲ ਦੀ ਨਾਲ ਚਲਾਨ ਕੱਟ ਦਿੰਦੇ ਆ। ਆਹ ਪਹਾੜ ਆਪਾਂ ਹੋ ਤਾਂ ਬੱਦਲਾਂ 'ਚ ਜਾਣਾ ਜਿੱਥੇ ਉਹ ਉੱਪਰ ਬੱਦਲ ਧੂੰਆਂ ਜਾ ਜਿੱਥੇ। ਹੋ ਗਿਆ ਉਹੀ ਕੰਮ, ਪੂਰਾ ਮੀਂਹ ਆ ਗਿਆ। ਉਹ ਕੋਲ ਆਪਣਾ ਮੋਟਰਸਾਈਕਲ ਹੈਲਮਟ ਚੱਕ ਲਈ, ਇਹ ਭੱਜੂਗਾ। ਐਤਕੀ ਅਸੀਂ ਸਾਰੇ ਦੇ ਸਾਰੇ ਪੁਰਜੇ ਵਾਟਰਪ੍ਰੂਫ ਚੱਕ ਲਏ ਆ। ਬੂਟ ਵਾਟਰਪ੍ਰੂਫ ਆ। ਬੂਟਾਂ ਦੇ ਉੱਤੇ ਆ ਜਿਹੜਾ ਅੰਮ੍ਰਿਤ ਫੜੀ ਕਿਹੜਾ ਹੱਥ 'ਚ ਹੁੰਦੇ ਨੂੰ ਕੀ ਗਲਾਈਡਰ ਬੋਲਦੇ ਆ ਨਾ, ਗੈਟਸ। ਇਹ ਹੁੰਦੇ ਬੂਟਾਂ ਦੇ ਉੱਤੇ ਆ ਜਾਂਦੇ ਆ ਜਿਵੇਂ ਅੰਮ੍ਰਿਤ ਨੇ ਪਾਇਆ ਹੋਇਆ। ਲੋਅਰ ਵੀ ਵਾਟਰਪ੍ਰੂਫ ਆ। ਉੱਪਰ ਆਪਾਂ ਸਾਡੇ ਕੋਲ ਨੀਲੇ ਜਿਹੜੇ ਹੁੰਦੇ ਆ ਵਾਟਰਪ੍ਰੂਫ, ਉਹ ਪਹਿਲਾਂ ਹੈਗੇ ਸੀਗੇ। ਸੋ ਹੁਣ ਮੀਂਹ ਪੈਂਦੇ ਜੱਜ ਦਵੱਲਾਂਗੇ ਮੋਟਰਸਾਈਕਲ ਸਮਾਨ ਤਾਂ ਪਾ ਕੇ ਸਾਰਾ ਇਹ। ਨਹੀਂ ਤੇ ਫੜ ਦੋ ਚੀਜ਼ਾਂ ਫੜ ਲੇਗਾ ਤੂੰ। ਕਵਰ ਬੈਗ ਪਰ ਮੇਥੋਂ ਨਹੀਂ ਫੜੀ ਜਾਣੀ ਅੱਗੇ ਇਹ ਕਵਰ ਬੈਗ ਉਹਦੇ ਜਾਣਾ ਮਗਰ ਫੜ ਕੇ ਬਹਿ ਜੀ ਇਹਨੂੰ। खुल गया रास्ता। पहले कटिंग कर रहे थे। हाँ फिर रुकना पड़ेगा, एक घंटा बंद कर देते हैं ना वो। अमर तो कल भाई कहता सीगा घंटा रोकते हो जो कटिंग करते होंगे आ। बस वधिया ओके काम। बस ठीक है। फड़ के भाई मोटरसाइकिल तलकना होगी गां यार। बैलेंस नहीं बनता मोटर ने कट कानू करके पाली था ਤੇ ਆਪਾਂ ਚੱਲ ਗਏ ਮੁੜ ਕੇ। ਸਹੀ ਗੱਲ ਆ, ਪਰ ਬੰਦ ਕਰਦਾ ਘੰਟਾ ਆਪਾਂ ਨੂੰ ਰੁਕਣਾ ਪਊਗਾ। ਮੀਂਹ ਵੀ ਖੜਾ ਹੁਣ ਤਾਂ। ਐਂ ਤਾਂ ਭਿੱਜੂਗਾ ਹੀ ਫਿਰ ਮਾੜਾ ਮੋਟਾ ਤਾਂ। ਤਣੀਆਂ ਵੀ ਭਿੱਜਣੀਆਂ, ਸਾਈਡਾਂ ਤੋਂ ਵੀ ਭਿੱਜੂਗਾ। चल भाई ਆਪਾਂ ਹੁਣ ਖੜੇ ਆ ਨਾਗਾ ਫਾਲਜ।
ਨਾਗਾ ਝਰਨਾ ਬਾਹਲਾ ਉੱਚਾ ਡਿੱਗਦਾ ਤਾਂ ਤੋਂ ਇਹ ਬਹੁਤ ਤਾਂ ਤੋਂ ਡਿੱਗਦਾ ਉਹ ਪਿਛਾਂ ਤੋਂ। ਪਾਸੇ ਉਹੀ ਪਹਾੜ ਆ ਤੇ ਪਹਾੜਾਂ ਦੇ ਵਿਚਾਲਿਓਂ ਡਿੱਗਦਾ ਝਰਨਾ। ਕੁੱਦੇ ਮੇਰੇ ਹਰਭਾਈ ਨਮਨ ਦਾ ਗੀਤ ਯਾਦ ਆ ਗਿਆ। ਵੇਖੀ ਉਹ ਗੀਤ ਨਹੀਂ ਨਾ ਮੈਨੂੰ ਬੜਾ ਪਿਆਰਾ ਲੱਗਦਾ ਤੇਰੇ ਵਾਲਾਂ ਵਿਚਲਾ ਚੀਰ ਕੁੜੇ। ਝਰਨਾ ਇਹ ਲੱਗਦਾ ਜਿਵੇਂ ਪਹਾੜਾਂ ਦੇ ਵਿਚਾਲੇ ਚੀਰ ਕੱਢਿਆ ਹੁੰਦਾ ਨਾ, ਜਮਾਂ ਵਿਚਾਲੇ ਡਿੱਗਦਾ ਉਹਦੇ ਪਾਸੇ ਪਹਾੜੀਆਂ। ਮੇਰੀ ਤਕਦੀਰ ਕੁੜੇ ਮੈਨੂੰ ਬੜਾ ਪਿਆਰਾ ਲੱਗਦਾ ਈ ਤੇਰੇ ਵਾਲਾਂ ਵਿਚਲਾ ਚੀਰ ਕੁੜੇ। ਇਹ ਇੱਧਰ ਜਾ ਕੇ ਡਿੱਗਦਾ ਇਹ ਇਸ ਪੁਲ ਤੋਂ ਥੱਲੇ। ਇੱਧਰ ਜਾ ਕੇ ਰਲ ਜਾਂਦਾ ਜਾ ਕੇ ਦਰਿਆ 'ਚ। ਝਰਨੇ ਨਾਲ ਹੀ ਦਰਿਆ ਬਣਦੇ ਆ। ਬੜਾ ਸੋਹਣਾ ਝਰਨਾ। ਇੱਥੇ ਫੋਟੋ ਸ਼ੂਟ ਵੀ ਹੋ ਰਿਹਾ ਤੇ ਉਹ ਤਾਂ ਤੋਂ ਡਿੱਗੀ ਜਾਂਦਾ। ਮੀਂਹ ਪੈ ਗਿਆ ਤੇ ਸਾਰੇ ਰੁੱਖ ਬੂਟੇ ਨਿਖਰ ਗਏ ਪੂਰੇ। ਪੂਰਾ ਨਜ਼ਾਰਾ ਆ ਗਿਆ, ਮੌਸਮ ਜਮਾਂ ਸਾਫ਼ ਹੋ ਗਿਆ। ਤੇ ਆਪਾਂ ਉਧਰਲੇ ਪਾਸੇ ਜਾਵਾਂਗੇ ਹੌਲੀ ਹੌਲੀ। ਤਾਂ ਪਹਾੜ ਨਿਗਾਹ ਪਹਾੜ ਦੀ ਤਾਂ ਵੇਹਣੇ ਆ। ਇੱਥੇ ਗੱਡੀਆਂ ਸਾਰੀਆਂ ਰੁਕੀਆਂ ਹੋਈਆਂ ਤੇ ਸਾਹਮਣੇ ਲੱਗਿਆ ਹੋਇਆ ਬੋਰਡ ਵੀ ਬਈ ਗਾਂਹ ਕੰਮ ਹੋਈ ਜਾਂਦਾ। ਗਾਂਹ ਕੰਮ ਕੀ ਹੋ ਰਿਹਾ, ਪਹਾੜਾਂ ਦੀ ਕਟਿੰਗ ਸ਼ੁਰੂ ਆ। ਪਹਾੜ ਕੱਟ ਕੱਟ ਕੇ ਸੜਕਾਂ ਬਣਾਈ ਜਾਂਦੇ ਆ, ਸੜਕਾਂ ਚੌੜੀਆਂ ਕਰੀ ਜਾਂਦੇ ਆ। ਹੁਣ ਇਹ ਸਿੰਗਲ ਰੋਡ ਹੀ ਆ ਤੇ ਇਹ ਸਾਰਾ ਕੰਮ BRO ਕਰਦੀ ਆ, ਬਾਰਡਰ ਰੋਡ ਆਰਗੇਨਾਈਜੇਸ਼ਨ। ਬਾਰਡਰਾਂ ਦੇ ਨਾਲ ਜਿੰਨੀਆਂ ਵੀ ਸੜਕਾਂ ਹੈਗੀਆਂ ਸਾਰੀਆਂ BRO ਬਣਾਉਂਦੀ ਆ। ਤੇ ਸੁੱਖ ਨਾਲ ਆਪਾਂ ਵੀ ਜਦੋਂ ਦੇ ਸਫ਼ਰ ਤੋਂ ਨਿਕਲੇ ਆ ਉਦੋਂ ਦੇ BRO ਵਾਲਿਆਂ ਦੇ ਸਹਾਰੇ ਬਹੁਤ ਸਫ਼ਰ ਕੀਤਾ। ਕਿਤੇ ਨਾ ਕਿਤੇ ਆਪਣੇ ਬੰਦੇ ਮਿਲ ਜਾਂਦੇ ਆ ਕੰਮ ਜੋਬ ਦੇ ਵਿੱਚ ਤੇ ਫਿਰ ਉਹ ਆਪਣੀ ਪੂਰੀ ਰੱਜ ਕੇ ਮਦਦ ਕਰਦੇ ਆ। ਅੱਜ ਜਿਹੜਾ ਮੋਟਰਸਾਈਕਲ ਆ ਇਹ ਵੀ BRO ਵਾਲੇ ਭਰਾ ਦਾ ਹੀ ਆ। ਇਹ ਰਾਹ ਜਾਂਦਾ ਸਾਰਾ ਗਾਂਹ ਆਈ ਆ ਹਰਾ ਭਰਿਆ। ਪਰ ਹੁਣ ਕਰੀਏ ਕਿ ਮੋਟਰਸਾਈਕਲ ਤੇ ਤੁਰ ਕੇ ਵੀਡੀਓ ਬਣਦੀ ਨਹੀਂ, ਖੜ ਖੜ ਕੇ ਬਣਾਉਣੀ ਪੈਂਦੀ ਆ। ਆਹ ਪਹਾੜ ਬੜਾ ਉੱਚਾ। ਉਹ ਯਾਰ ਕਿੰਨੇ ਉੱਚੇ ਜਾਂਦੇ ਨਾ। ਉਹ ਯਾਰ ਟੀਚੀ ਦੇ ਵੀ ਘਰ ਆ ਬਾਬਾ। ਜਮਾਂ ਦੇ ਘਰ ਆ, ਪਤਾ ਨਹੀਂ ਕਿਹੜੇ ਲੋਟ ਪਈ ਜਾਂਦੇ ਆ ਉਹ। ਆਪਾਂ ਮੁੜ ਕੇ ਵੇਖਣੇ ਆ ਪਿੰਡ ਵੇਖਣੇ। ਉਦੋਂ ਬਾਅਦ ਜਦੋਂ ਵਾਪਸ ਆਵਾਂਗੇ ਨਾ ਇੱਥੇ ਗੈਂਗਟੌਕ ਵਾਲੀ ਸਾਈਡ ਉਦੋਂ ਫਿਰ ਕੋਈ ਤਿੰਨ ਪਿੰਡ ਵੇਖਦੇ ਆਪਾਂ। ਇੱਧਰ ਵੀ ਉਹੀ ਰਹਿੰਦੇ, ਕੁਝ ਕਬੀਲੇ ਇੱਧਰ ਵੀ ਉਵੇਂ ਰਹਿੰਦੇ ਬਈ। ਨਾਗਾਲੈਂਡ ਨੂੰ ਟਰਾਈਬਲ ਬੋਲਦੇ ਆ ਇਹਨਾਂ। ਪਹਿਲਾਂ ਉਧਰਲੀ ਮਸ਼ੀਨਰੀ ਸਾਰੀ ਤੁਰ ਕੇ ਤੁਰ ਪਈ ਉਧਰੋਂ। ਹੁਣ ਆਹ ਮਸ਼ੀਨਰੀ ਕੀ ਆਪਣੇ ਬੰਦੇ ਬੈਠੇ ਸੀ ਗੱਡੀ 'ਚ। ਹਾਂ ਬਾਈਕਰ। ਲੈਣਾ ਇੱਧਰ ਲੱਗੀਆਂ ਕੁੜੀਆਂ। ਇੱਥੇ ਆ ਗਏ ਆਪਾਂ ਚੈੱਕ ਪੋਸਟ ਤੇ। ਇੱਥੇ ਪਾਸ ਚੈੱਕ ਹੁੰਦੇ ਆ, ਜਿਹੜੇ ਥੱਲੇ ਬਣਦੇ ਆ ਸ਼ਹਿਰ ਚੋਂ, ਉਹ ਇੱਥੇ ਚੈੱਕ ਕਰਦੇ ਆ। ਇਹ ਚੌਂਕ ਚੈੱਕ ਪੋਸਟ, ਟਿਕਟ ਪੋਸਟ। ਜਿਹੜਾ ਖੜੇ ਆ ਮੁੰਡੇ ਹੋਰ ਮੋਟਰਸਾਈਕਲ ਵਾਲੇ। ਉਹ ਖੜਾ ਅੰਮ੍ਰਿਤ ਲੱਗਿਆ ਲਾਈਨ 'ਚ ਸਾਰਿਆਂ ਤੋਂ ਮਗਰ। ਤੇ ਆਹ ਮਗਰ ਲਿਆ ਕੇ ਹੋਰ ਲੱਗੀ ਜਾਣਗੇ ਲਾਈਨ 'ਚ। ਟੂਰਿਸਟ ਬਾਹਲੇ ਆਉਂਦੇ ਆ ਜਿਹਦੇ ਨਾਲ ਸਾਹ ਹੀ ਨਹੀਂ ਆਉਂਦਾ ਜਮਾਂ। ਵੈਲਕਮ
सिक्किम पुलिस स्टॉप चेकिंग पॉइंट। हो गया बस। पास चेक कराता ਆਪਾਂ ਚੈੱਕ ਪੋਸਟ ਤੋਂ ਤੇ ਹੁਣ ਆਪਾਂ ਜਾਈਏ ਨਾ ਚੁੰਗਥਾਂਗ ਵੱਲ। ਚੁੰਗਥਾਂਗ ਗੁਰਦੁਆਰਾ ਸਾਹਿਬ ਵੀ ਹੈਗਾ ਇੱਕ ਤੇ ਸ਼ਹਿਰ ਵੀ ਵਾਹਵਾ ਚੁੰਗਥਾਂਗ। ਗੁਰਦੁਆਰਾ ਸਾਹਿਬ ਆਪਾਂ ਰੁਕਾਂਗੇ, ਮੱਥਾ ਟੇਕਾਂਗੇ, ਮੱਥਾ ਟੇਕ ਕੇ ਫਿਰ ਉਦੋਂ ਗਾਂਹ ਜਾਵਾਂਗੇ ਹੋਰ 20-25 ਕਿਲੋਮੀਟਰ ਵਾਲੇ ਚੁੰਗਥਾਂਗ। ਉੱਥੇ ਆਪਾਂ ਰਾਤ ਦਾ ਸਟੇ ਕਰਾਂਗੇ ਤੇ ਤੁਹਾਨੂੰ ਪਹਾੜ ਦਿਖਾ ਦਿੰਦੇ ਆ। ਇੱਧਰ ਵੀ ਹਰੇ ਹਰੇ ਦੇ ਉੱਤੇ ਉੱਤੇ ਪਹਾੜ ਆ, ਨਜ਼ਾਰਾ ਹੀ ਆਈ ਜਾਂਦਾ ਜਮਾਂ। ਵਾਹਵਾ ਲੰਮੀ ਆ ਨਾ ਅਮਰ ਤੇ ਇਹ। ਹਾਂ ਤੇ ਹੁਣ ਨਾਮ ਇਹਦਾ ਥੈਂਕ ਟਨਲ ਪ੍ਰਾਈਡ ਆਫ ਨਾਰਥ ਸਿੱਕਮ। ਨਾਰਥ ਸਿੱਕਮ ਦੀ ਆ ਇਹ 107 RCC ਇਹ ਆਪਣੇ ਬਾਈ ਹੋਰਾਂ ਨੇ ਬਣਾਈ ਆ, BR ਵਾਲਿਆਂ ਨੇ। ਅਮਰਦੀਪ ਆਪਾਂ ਰੁਕੇ ਆ 107 RCC ਉਹੀ ਆ। 107 ਮੈਕਸਿਮਮ ਹਾਈਟ ਹੈਗੀ ਆ 5.5 ਮੀਟਰ। ਕੀ ਲਿਖਿਆ ਹੈ 5.5 ਮੀਟਰ, ਕਿਲੋਮੀਟਰ ਲਿਖਣਾ ਸੀ ਹੈ ਨਾ। 5.5 ਮੀਟਰ। ਉਹ ਸਾਹਮਣੇ ਦੇਖੋ ਭਾਈ ਅਮਰ ਤਾਂ ਵਿਊ ਲਈ ਬਾਈ ਵਿੱਚ ਪਹਾੜਾਂ ਦਾ ਸਾਹਮਣੇ ਵਾਲਾ ਯਾਰ। ਜੀ ਆਈ ਜਾਂਦਾ ਅਮਰ ਤਾਂ ਉੱਚਾ ਪੂਰਾ ਟੌਪ ਆਓ ਨਾ, ਬਰਫ਼ ਜੰਮਦੀ ਉੱਥੇ। ਪਿਉਂਗਾ ਆ ਗਏ ਨਾ ਆਪਾਂ ਪਿਆਉਂਗੇ ਇੱਥੇ ਗਏ ਮੋਟਰਸਾਈਕਲ ਬੁਲਟ ਪਹਿਲੇ ਗੇਅਰ 'ਚ ਚੜ੍ਹਦਾ ਮਾੜੀ ਜਿਹੀ ਜਦੋਂ ਢਾਲ ਪੈਂਦੀ। ਹੁਣ ਤਾਂ ਆਪਾਂ ਡਾਊਨ ਜਾਈ ਜਾਂਦੇ ਆ। ਚੀਕਾਂ ਨਿਕਲਦੀਆਂ ਮੋਟਰਸਾਈਕਲ ਦੀਆਂ ਪੂਰੀ ਪਹਾੜ ਦੇ ਵਿੱਚ ਰਾਹ ਦੇ ਮੇਰੇ ਉਹ ਪਹਾੜ ਦਾ ਆਪਾਂ ਹੁਣ ਆ ਗਏ ਆ ਟੇਸਟਾ ਊਰਜਾ ਲਿਮਟਿਡ। ਚੁੰਗਥਾਂਗ ਦੇ ਨੇੜੇ ਜਿਹੀ ਆ ਇਹ। ਆ ਇਹਦਾ ਉੱਪਰੋਂ ਵਿਊ ਤਾਂ ਤੋਂ ਜੇ ਦੇਖੀਏ ਤਾਂ ਇੱਥੇ ਬਿਜਲੀ ਵੀ ਬਣਾਉਂਦੇ ਆ ਇਹ। ਤੇ ਆ ਬੰਨਿਆ ਹੋਇਆ ਇਹ ਬੰਨ ਪਾ ਕੇ ਗਾਂ ਫਿਰ ਬਿਜਲੀ ਬਣਾ ਕੇ ਉਹ ਹਿਸਾਬ ਨਾਲ ਪਾਣੀ ਛੱਡਦੇ ਆ। ਉਹ ਪਰੇ ਗੇਟ ਆ ਪਾਣੀ ਜਾਣ ਨੂੰ ਤੋਂ। ਤੇ ਉਹ ਤਾਂ ਉੱਪਰਲੇ ਪਹਾੜ ਆ ਤੇ ਬੰਨ ਹੋਣ ਕਰਕੇ ਇੱਥੇ ਇੱਕ ਲੇਕ ਬਣੀ ਹੋਈ ਆ। ਵਿਊ ਪੁਆਇੰਟ ਜਿਹਾ ਬਣਿਆ ਇੱਥੇ, ਲੋਕ ਖੜ ਕੇ ਫੋਟੋਆਂ ਜੀ ਖਿੱਚ ਲੈਂਦੇ ਆ। ਸੋਹਣੀਆਂ ਫੋਟੋਆਂ ਆਉਂਦੀਆਂ। ਤੇ ਆਪਾਂ ਪਹੁੰਚ ਗਏ ਆ ਬਸ ਨੇੜੇ ਹੀ ਆ। ਸਾਹਮਣੇ ਉਹ ਗੁਰਦੁਆਰਾ ਸਾਹਿਬ ਦਾ ਗੁੰਬਦ ਦਿਸ ਰਿਹਾ ਆਪਾਂ ਨੂੰ। ਪਹੁੰਚਦੇ ਆਪਾਂ ਤੇ ਆਹ ਰਸਤਾ ਆਪਾਂ ਇੱਧਰ ਦੀ ਥੱਲੇ ਉਤਰਨਾ ਹੁਣ। ਪਹਾੜ ਬੱਦਲਾਂ ਦੇ ਨਾਲ ਲੱਗੇ ਹੋਏ ਆ ਜਮਾਂ। ਚੁੰਗਥਾਂਗ ਤੋਂ ਰਹਿ ਗਿਆ 4 ਕਿਲੋਮੀਟਰ, 4-5 ਕਿਲੋਮੀਟਰ ਵਾਟ। ਇੱਥੇ ਵਿਊ ਪੁਆਇੰਟ ਤੇ ਪੂਰੀਆਂ ਰੌਣਕਾਂ ਲੱਗਦੀਆਂ, ਪੂਰੀਆਂ ਫੋਟੋਆਂ ਖਿੱਚੀਆਂ ਜਾਂਦੀਆਂ। ਸ਼ੀਸ਼ੇ 'ਚ ਵੇਖ ਉਹ ਨਜ਼ਾਰਾ, ਮੇਲਾ ਲੱਗਿਆ ਹੋਇਆ ਪੂਰਾ। ਆਹ ਸਭ ਤੋਂ ਸੋਹਣਾ ਨਜ਼ਾਰਾ। ਪਹਾੜ ਬੱਦਲਾਂ ਤੋਂ ਤਾਂ ਲੰਘਦੇ, ਇੰਨੇ ਉੱਚੇ ਆ। ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ ਨਾਨਕ ਲਾਮਾ ਸਾਹਿਬ ਚੁੰਗਥਾਂਗ। ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ। ਇਹ ਗੁਰਦੁਆਰਾ ਸਾਹਿਬ ਦੇ ਕਮਰੇ ਨੇ ਸਾਰੇ, ਪਹਿਲੀ ਮੰਜ਼ਿਲ ਆ ਇਹ। ਚੁੰਗਥਾਂਗ ਸਿੱਕਮ। ਹੁਣ ਆਪਾਂ ਤਾਂ ਚੱਲਦੇ ਹਾਂ। ਇਹ ਗੁਰਦੁਆਰਾ ਸਾਹਿਬ ਦਾ ਬਹੁਤ ਵੱਡਾ ਇੱਧਰ ਨਾਲ ਹਾਲ ਬਣਿਆ ਹੋਇਆ, ਜੋੜਾ ਘਰ, ਗਠੜੀ ਘਰ ਤੇ ਇੱਧਰ ਲੰਗਰ ਹਾਲ ਆ ਸਾਹਮਣੇ। ਇਹ ਬਾਬਾ ਜੀ ਨੇ ਇੱਥੇ ਪੂਰਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ। ਅੱਜ ਬੈਠ ਕੇ ਕਿ ਹੋ ਗਿਆ ਨਾ ਮੁਕਾਬਲਾ ਲਿਆ ਨਾ ਤੇ ਥੋੜੇ ਚੱਲ ਜਿਓ। ਆ ਜਾਈਏ ਘਰ। ਇਹ ਦਰਬਾਰ ਸਾਹਿਬ ਹੈ ਇੱਧਰ, ਤੇ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ। ਇਹ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਫੌਜ ਨੇ ਬਣਾਇਆ ਸੀਗਾ। ਬਾਬਾ ਨਾਨਕ ਜੀ ਦਾ ਇਤਿਹਾਸਕ ਥਾਂ ਇਹ ਦਰਬਾਰ ਸਾਹਿਬ ਆ ਗੁਰਦੁਆਰਾ ਸਾਹਿਬ ਦਾ।
ਨਿਸ਼ਾਨ ਸਾਹਿਬ ਲੱਗਿਆ ਹੋਇਆ। ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਸੰਗਤ ਆਈ ਹੋਈ ਹੈ ਬੰਬੇ ਤੋਂ, ਤੇ ਇਹ ਬਾਬਾ ਜੀ ਇੱਥੇ ਸੇਵਾਦਾਰ ਨੇ ਮੁੱਖ। ਪਹਿਲਾਂ ਇਹ ਗੁਰਦੁਆਰਾ 1968 ਦੇ ਵਿੱਚ ਫੌਜ ਨੇ ਬਣਾਇਆ ਸੀ। ਉਸ ਤੋਂ ਬਾਅਦ ਹੁਣ ਜਿਹੜੀ ਇਹਦੀ ਸੇਵਾ ਸੰਭਾਲ ਹੋ ਰਹੀ ਆ ਉਹ ਦਿੱਲੀ ਤੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਹੋ ਰਹੀ ਆ। ਤੇ ਆਹ ਮੁੱਖ ਦਰਵਾਜ਼ਾ ਸੀ ਤੇ ਹੁਣ ਆਹ ਕੰਧ ਨਿਕਲੀ ਹੋਈ ਹੈ ਇੱਥੇ। ਤੇ ਇੱਧਰ ਨਾਲਲੇ ਪਾਸੇ ਅਗਲੇ ਪਾਸੇ ਇੱਕ ਮੋਨੈਸਟਰੀ ਬਣਾਈ ਜਾ ਰਹੀ ਆ, ਜਿਹਨੂੰ ਆਪਾਂ ਬੋਧੀਆਂ ਦਾ ਮੱਠ ਕਹਿ ਦਿੰਦੇ ਹੁੰਦੇ ਆ। ਬਾਬਾ ਜੀ ਅੱਗੇ ਜਗ੍ਹਾ ਸਾਰੀ ਜਗ੍ਹਾ ਗੁਰਦੁਆਰੇ ਦੀ ਬਾਉਂਡਰੀ ਅੰਦਰ ਆਉਂਦੀ ਸੀਗੀ ਪਹਿਲਾਂ ਆਉਂਦੀ ਸੀ ਸਾਰੀ। ਠੀਕ ਹੈ ਜੀ। ਰੂਮ ਸੀਗੇ ਟੀਨਾਂ ਦੇ ਸਾਰੇ। ਅੱਛਾ ਜੀ, ਠੀਕ ਹੈ। ਪਹਿਲਾਂ ਜਿਹੜੀ ਇਹ ਜਗ੍ਹਾ ਸੀ ਸਾਰੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆਉਂਦੀ ਸੀ ਤੇ ਕਮਰੇ ਵਗੈਰਾ ਸੀਗੇ ਰਹਿਣ ਦੇ ਲਈ, ਅੱਗੇ ਤੱਕ ਜਗ੍ਹਾ ਸੀਗੀ। ਪਰ ਹੁਣ ਇੱਥੇ ਇਹਨਾਂ ਨੇ ਜਮਾਂ ਗੁਰਦੁਆਰਾ ਸਾਹਿਬ ਦੇ ਗੇਟ ਦੇ ਅਗਲੇ ਪਾਸੇ ਬੋਧੀ ਮੱਠ ਬਣਾਇਆ ਹੋਇਆ। ਜਿਹੜਾ ਗੁਰਦੁਆਰਾ ਸਾਹਿਬ ਹੈਗਾ ਇਹ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਆ। ਤਿੱਬਤ ਦੀ ਯਾਤਰਾ ਵੇਲੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਟੇ ਕੀਤਾ ਸੀ ਤੇ ਇਸ ਥਾਂ ਨੂੰ ਚੰਗੀ ਥਾਂ ਕਿਹਾ ਸੀਗਾ। ਪਹਿਲਾਂ ਇਹਦਾ ਨਾਂ ਚੰਗੀ ਥਾਂ ਹੀ ਹੁੰਦਾ ਸੀ। ਜਦੋਂ ਆਪਾਂ ਲਦਾਖ ਗਏ ਤਾਂ ਉਦੋਂ ਦੇਖਿਆ ਸੀਗਾ ਕਿ ਉੱਥੇ ਵੀ ਇਹ ਰੌਲਾ ਸੀਗਾ। ਉੱਥੇ ਬੋਧੀ ਜਿਹੜਾ ਹੁਣ ਉੱਥੇ ਪੱਥਰ ਸਾਹਿਬ ਗੁਰਦੁਆਰਾ ਬਣਿਆ, ਪਹਿਲਾਂ ਉਹ ਬੋਧੀਆਂ ਦੇ ਕਬਜ਼ੇ 'ਚ ਸੀਗਾ। ਉਹ ਸਾਰਾ ਉਹਦੀ ਜਿੰਨਾ ਵੀ ਸੀ ਉਹ ਕਰਦੇ ਸੀ, ਸਾਰਾ ਘਰ ਵਿਹਾਰ ਉਹ ਬਾਬਾ ਨਾਨਕ ਜੀ ਨੂੰ ਨਾਨਕ ਲਾਮਾ ਕਹਿ ਕੇ ਬੁਲਾਉਂਦੇ ਨੇ। ਤਾਂ ਇੱਥੇ ਵੀ ਉਹੀ ਚੱਕਰ ਆ। ਇੱਥੇ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਰਾਬਰ ਆਪਦਾ ਮੱਠ ਹੀ ਬਣਾ ਲਿਆ ਇੱਕ, ਕਿਉਂਕਿ ਇਹ ਵੀ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਲਾਮਾ ਕਹਿ ਕੇ ਆਪਣਾ ਇੱਕ ਪੈਗੰਬਰ ਗੁਰੂ ਸਮਝ ਕੇ ਮੰਨਦੇ ਆ। ਪਰ ਆਹ ਕੰਮ ਜਿਹਾ ਸਾਨੂੰ ਗਲਤ ਲੱਗਿਆ, ਕਿਉਂਕਿ ਇੱਕ ਤਾਂ ਧੱਕੇ ਨਾਲ ਰੌਲਾ ਪਾ ਕੇ ਤੇ ਇੱਕ ਗੁਰਦੁਆਰਾ ਸਾਹਿਬ ਦੇ ਜਮਾਂ ਸਾਹਮਣੇ ਬਣਾਇਆ ਹੋਇਆ ਮੱਠਾ। ਲੋ ਅੱਗੇ ਉਹ ਸਾਰਾ ਇੱਥੇ ਰਸਤਾ ਸੀਗਾ, ਮਗਰਲੀ ਸਾਰੀ ਜਗ੍ਹਾ ਇਹ ਗੁਰਦੁਆਰਾ ਸਾਹਿਬ ਦੀ ਖੁੱਲ੍ਹੀ ਸੀਗੀ। ਹੁਣ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਇੱਥੇ ਆ ਗਈ ਆ, ਜਿਹੜੀ ਆ ਕੰਧ ਆ। ਇੱਦੋਂ ਅੱਗੇ ਮੋਨੈਸਟਰੀ ਦੀ ਜਗ੍ਹਾ ਸ਼ੁਰੂ ਹੋ ਜਾਂਦੀ ਆ। ਤੇ ਇੱਧਰ ਲੰਗਰ ਹਾਲ ਆ ਤੇ ਰਹਿਣ ਲਈ ਕਮਰੇ ਹੈਗੇ ਨੇ, ਹੋਰ ਪ੍ਰਬੰਧ ਆ ਸਾਰੇ ਕਾਸੇ ਦਾ। ਇਹ ਗੁਰਦੁਆਰਾ ਸਾਹਿਬ 'ਚ ਸੇਵਾਦਾਰ ਨੇ ਬਾਬਾ ਜੀ। ਇਹ ਸਿੱਖ ਸੰਗਤ ਜਿਹੜੀ ਆਈ ਹੋਈ ਆ ਤੇ ਇੱਧਰ ਬਰਤਨ ਸਾਫ਼ ਹੋ ਰਹੇ ਆ। ਇੱਧਰ ਅੰਦਰ ਲੰਗਰ ਹਾਲ ਆ। ਕਾਪੀਆਂ ਹੈਗੀਆਂ ਹਾਂਜੀ, ਫੋਟੋ ਕਾਪੀਆਂ ਹੈਗੀਆਂ। ਹੈਗੀਆਂ ਹਾਂਜੀ, ਲੇਕਿਨ ਮੈਂ ਫੋਟੋ ਕਾਪੀ ਕਰ ਦੇਣਾ। ਫੋਟੋ ਕਾਪੀਆਂ 4-5 ਫੋਟੋ ਕਾਪੀ ਰੱਖੀਆਂ। ਠੀਕ ਹੈ ਬਾਬਾ। ਤੇ ਇੱਕ ਹੁਣ ਲਾਚਨ ਦਾ ਉਹਦੇ ਨਿਕਲਣੀ ਹੈ, ਇੱਕ ਫਿਰ ਜੀਮਾ ਦੀ ਰਾਹੂ ਉਹਦੇ ਤੁਸੀਂ ਦੇ ਪਾਸ ਮੇਰੇ ਠੰਡੂ ਜਾਣਾ ਨਾ, ਉੱਥੇ ਇੱਕ ਠੰਡੂ ਜਮਾ ਕਰਾ ਦਿਓ, ਇੱਕ ਲੈ ਆਓ ਹੋਣੀ ਬਸ। ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ, ਇੱਥੋਂ ਲੰਗਰ ਛਕਿਆ ਤੇ ਬਾਬਾ ਜੀ ਨੂੰ ਮਿਲੇ ਆ। ਤੇ ਹੁਣ ਆਪਾਂ ਅੱਗੇ ਜਾਂਦੇ ਹਾਂ। ਅੱਜ ਆਪਾਂ ਲੇਟ ਹੋ ਰਹੇ ਸੀ, ਇਸੇ ਕਰਕੇ ਇੱਥੇ ਜ਼ਿਆਦਾ ਸਮਾਂ ਰੁਕੇ ਨਹੀਂ। ਵਾਪਸੀ ਤਾਂ ਆਪਾਂ ਪੂਰਾ ਦਿਨ ਇੱਥੇ ਗੁਰਦੁਆਰਾ ਸਾਹਿਬ ਰੁਕਾਂਗੇ। ਇੱਥੋਂ ਦਾ ਪੂਰਾ ਇਤਿਹਾਸ, ਜਿਹੜੀ ਤੁਹਾਨੂੰ ਕੋਈ ਹੋਰ ਜਿਹੜੀ ਕੋਈ ਸਮੱਸਿਆ ਵਾ ਹੈਗੀ ਜਿਹੜੀ ਜਗ੍ਹਾ ਦੀ ਚੱਲੀ ਜਾਂਦੀ ਆ, ਜਾਂ ਹੋਰ ਜਿੰਨੀਆਂ ਵੀ ਗੱਲਾਂ ਪਤਾ ਹੈਗੀਆਂ, ਆਪਾਂ ਇੱਕ ਬਲੌਗ ਸਪੈਸ਼ਲ ਇਸ ਗੁਰਦੁਆਰਾ ਸਾਹਿਬ ਤੇ ਬਣਾਵਾਂਗੇ ਵਾਪਸੀ ਤੇ। ਤੋ ਹੁਣ ਸਾਨੂੰ ਕਾਹਲ ਸੀ ਅਸੀਂ ਗਾਂਹ ਜਾਣਾ, ਇੱਥੇ ਮੌਸਮ ਉਹ ਜਿਹਾ ਮਿੰਟਾਂ 'ਚ ਮੀਂਹ ਪੈਣ ਲੱਗ ਪੈਂਦਾ। ਚੜਾਈ ਬਾਹਲੀ ਤਕੜੀ ਚੜਾਈ ਸ਼ੁਰੂ ਹੋ ਗਈ ਨਾ, ਹਾਂ ਕਰੜਾ ਹੈਗਾ ਮੈਂ ਦੁਕਾਨ। ਇਦੋਂ ਗਾਂਹ ਬਸ ਆਪਾਂ ਗੇੜਾ ਉੱਥੋਂ ਆਏ, ਗੇੜੇ ਲੋੜ ਚੜੀ ਜਾਣਾ ਸਾਰੇ। ਉਹ ਤਾਂ ਅੰਮ੍ਰਿਤ ਧੂਆਂ ਜਿਹੜਾ ਬੜਾ ਸੋਹਣਾ ਲੱਗਦਾ ਬੱਚੇ ਦੀ ਅੱਖ 'ਚ ਪੈਗਾ ਕੁੱਤੇ ਰੁਕੀ ਅੱਖ 'ਚ ਪਿਆ ਕੁਛ। ਫੋਨ ਘੁੰਡੇ ਵਾਲੀ ਚੜਾਈਆਂ, ਇੱਕ ਸਿੰਗਲ ਰੋਡ ਆ ਨਾ ਮੇਰੇ ਇੱਥੇ, ਲਿੰਕ ਰੋਡ ਹੀ ਆ ਸਾਰੇ ਬਸ। ਆਹ ਮੋੜ ਦੇਖੋ ਕਿ ਲੱਗਾ ਚੜਦਾ ਲੋਕਾਂ ਦਾ ਕਦੋਂ ਹੋਊਗਾ, ਪਹਿਲੇ ਵੀ ਅਸੀਂ ਚੜੂਗਾ। ਅਮਰ ਤਾਂ ਆਪਣਾ ਮੋਟਰਸਾਈਕਲ ਦਾ ਤਜਰਬਾ ਵੀ ਸੋਹਣਾ ਹੋ ਗਿਆ ਯਾਨੀ ਕਿ ਨਾ। ਹੁਣ ਲੋ ਐ ਲੱਗਦਾ ਮੋਟਰਸਾਈਕਲ ਲੈਣ ਜੋਗਰੇ ਹੋ ਗਏ, ਚਲਾਵਾਂਗੇ ਪਹਾੜਾਂ 'ਚ। ਇੱਕ ਤਾਂ ਨਿੱਕਾ ਜਿਹਾ ਟੂਰ ਕੱਢ ਲਿਆ ਗਈ ਸੀ ਨਾ। ਇਹ ਹੈਗਾ ਪੁਲ, ਬੋਲਦੇ ਟੀਸਟਾ ਪੁਲ, ਟੀਸਟਾ ਬ੍ਰਿਜ ਜਾਣੀ ਕਿ ਇੱਧਰੋਂ ਆ ਪਾਣੀ ਚੱਲੀ ਜਾਂਦਾ, ਬਹੁਤ ਤੇਜ਼ ਵਹਿਣ ਆ ਪਾਣੀ ਦਾ। ਆਹ ਤਾਂ ਬੱਦਲ ਫਿਰਦੇ ਆ। ਤਾਰਿਆਂ ਦੇ ਦੇਸ਼ ਰਹਿਣ ਵਾਲਿਓ, ਯਾਦ ਕਰਦਾ ਏ
ਤੁਹਾਨੂੰ ਕੋਈ ਜ਼ਮੀਨ ਤੇ ਆਪਾਂ ਖੜੇ ਆ ਲਾਚੰਗ ਤੋਂ 18 ਕਿਲੋਮੀਟਰ ਪਿੱਛੇ ਤੇ ਮੀਂਹ ਪਈ ਜਾਂਦਾ ਪੂਰਾ ਤੇ ਠੰਡ ਵੀ ਪੂਰੀ ਆ ਪਰ ਆਪਣੇ ਲੀੜੇ ਜੇ ਪਾਏ ਹੋਏ ਆ ਲਿਫਾਫੇ ਜੇ ਇਹਨਾਂ ਨੇ ਭਿੱਜਣ ਤੋਂ ਬਚਤ ਰਹੂਗੀ। ਇਹ ਸਾਰੇ ਧੁੰਦ ਦੇਖੋ ਆ ਕੁਝ ਨਹੀਂ ਦਿਸਦਾ ਗਿਆ। ਇਹ ਸਾਰੇ ਬੱਦਲ ਆ ਜਿਹੜੇ ਮਗਰ ਆਹ ਧੂਆਂ ਜਿਹਾ ਦਿਸਦਾ ਸਾਡੇ ਫਿਰ ਤੋਂ ਅਗਲੇ ਪਾਸੇ ਜਿਹੜੇ ਫਿਰਦੇ ਚਿੱਟੇ ਚਿੱਟੇ ਜੇ ਜਾਮ ਲੱਗਿਆ ਹੋਇਆ ਪੂਰਾ। ਸਾਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਵੀ ਆ ਗੱਡੀ ਕਿਉਂ ਨਹੀਂ ਤੋੜਦਾ ਫਿਰ ਹੁਣ ਤੋੜ ਲਈ ਬਾਬਾ ਨੇ ਇਹਨੂੰ ਖੜੇ ਨੂੰ ਇੱਥੇ ਅੱਧਾ ਘੰਟਾ ਹੋ ਗਿਆ। ਉਹ ਟਰੱਕ ਫਸਿਆ ਖੜਾ ਤੇ ਮਗਰ ਉਹ ਸਾਰੇ ਧੁਰ ਤੱਕ ਲੈਣੇ ਲੈਣਾ ਲੱਗੀਆਂ ਹੋਈਆਂ ਇੱਕ ਮੀਂਹ ਪਈ ਜਾਂਦਾ ਮਗਰ ਉੱਧਰੋਂ ਹੋਰ ਲੈਣ ਲੱਗੀ ਪਈ ਟਰੈਫਿਕ ਬੁਰਾ ਹਾਲ ਹੋਇਆ ਪਿਆ ਜਾਣਾ ਤਾਂ ਉੱਤੋਂ ਮੌਸਮ ਜਮਾਂ ਖਰਾਬ ਹੋ ਗਿਆ। ਫਿਰ ਬੰਦ ਕਰ ਲਈ ਯਾਰ ਹੈਂ ਸਭ ਬਾਹਰ ਆ ਗੱਲ ਅਮਰ ਤਾਂ ਮੌਸਮ ਹੋਰ ਖਰਾਬ ਹੋਈ ਜਾਂਦਾ ਬਾਈ ਇੱਥੇ ਬੱਦਲ ਜਮਾਂ ਥੱਲੇ ਆਈ ਜਾਂਦੇ ਆ। ਸੜਕਾਂ ਇੱਥੇ ਭੀੜੀਆਂ ਤੇ ਜਦੋਂ ਮੀਂਹ ਪੈ ਜਾਂਦਾ ਨਾ ਉਦੋਂ ਚਿੱਕੜ ਬਹੁਤ ਹੋ ਜਾਂਦਾ ਪਾਸੇ ਭਰੇ ਹੁੰਦੇ ਟਰੱਕ ਕੀ ਜ਼ਿਆਦਾ ਵਜਨ ਹੁੰਦਾ ਤੇ ਉਹਨੂੰ ਡਰ ਹੁੰਦਾ ਵੀ ਗੱਡੀ ਕੱਚੇ ਨਾ ਲਵੇ ਥੱਲੇ ਜਿਹੜੀ ਗੱਡੀ ਥੱਲੇ ਲੈ ਜਾਂਦੀ ਆ ਫਿਰ ਉਹ ਸੜਕ ਤੇ ਚੜ੍ਹਿਆ ਜਾਂਦਾ ਹੈਗਾ ਮਿੱਟੀ ਬਾਹਲੀ ਕੱਚੀ ਜੀ ਆ ਵੇਖੀ ਇਸ ਤਰ੍ਹਾਂ ਚੀਲੇ ਬਣ ਜਾਂਦੇ ਆ ਇਹ ਮੀਂਹ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਲੱਗ ਗਿਆ ਤੇ ਮੌਸਮ ਵੀ ਤੁਸੀਂ ਦੇਖੋ ਜਮਾਂ ਖਰਾਬ ਆ ਪੂਰਾ ਬੱਦਲ ਜਮਾਂ ਹੀ ਆਪਣੇ ਨਾ ਸਿਰ 'ਚ ਵੱਜਦੇ ਫਿਰਦੇ। ਕਰਨਾ ਤਾਂ ਬੱਦਲ ਪੁਰਾਣੇ ਕੋਤਾ ਆਹਾ ਇੱਧਰ ਵੀ ਖੜਾ ਆ ਗਿਆ ਇੱਥੇ ਜਦੋਂ ਦੇ ਉਹ ਰਸਤੇ ਵਾਲਾ ਪੁਲ ਉਹ ਪੁਲ ਹੋਊਗਾ ਕਰਨਾ ਬਹੁਤ ਤੇਜ਼ ਹੋ ਗਿਆ ਚੱਲਣਾ ਬਾਬਾ ਓਏ ਕੱਲ ਨੂੰ ਕਵਰ ਕਰਾਂਗੇ। ਭੀੜੇ ਵਾਲੇ ਹਨਾ ਜਮਾਂ ਪਹਾੜਾਂ ਵਿੱਚੋਂ ਫਰਸ਼ ਬਦਲ ਕੇ ਬਣਾਏ ਇੱਧਰ ਕਿੱਦਾਂ ਡੂੰਘੀਆਂ ਥੱਲੇ ਉਧਰ ਪਹਾੜ ਚਲਾ ਉੱਤੇ ਆ ਗਿਆ ਆਪਾਂ ਬੱਦਲ ਥੱਲੇ ਹੁਣ ਇਹਦਾ ਬਣਾ ਦਿੰਦਾ ਉਹ ਉਹੀ ਹੈ ਫਿਰ ਮੈਂ ਮੋੜ ਦੂੰ ਇੱਧਰੋਂ ਝਰਨੇ ਵਾਲੇ ਆ ਰਾਹ ਦੇ ਨਾ ਸਾਰੀ ਝਰਨੇ ਝਰਨੇ ਹੈ ਝਰਨੇ ਬੜੀ ਆਪਾਂ ਜਾਣਾ ਲਾਚਨ ਤੇ ਲਾਚਨ ਰਹਿ ਗਿਆ ਇੱਥੋਂ 6-7 ਕਿਲੋਮੀਟਰ ਵਾਟ ਰਾਹ ਭੀੜੇ ਆ ਟ੍ਰੈਫਿਕ ਟਰੂਫਿਕ ਜੇ ਇੱਥੇ ਲੱਗਦੇ ਰਹਿੰਦੇ ਆਮ ਜਿਹੀਆਂ ਗੱਲਾਂ ਨੇ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਆ ਜਿਹੜੀ ਭਾਫ ਜੀ ਦਿਸਦੀ ਹੈ ਸਾਰੇ ਬੱਦਲ ਉੱਡੇ ਫਿਰਦੇ ਆ ਆਪਾਂ ਜਮਾਂ ਬੱਦਲਾਂ ਦੇ ਵਿੱਚ ਫਿਰਦੇ ਆ ਹੁਣ ਮੀਂਹ ਪਈ ਜਾਂਦਾ ਪੂਰਾ ਜ਼ੋਰ ਦੀ ਅੱਗੋਂ ਲੱਗਦਾ ਕੋਈ ਵਹੀਕਲ ਫਸ ਗਿਆ ਫੇਰ ਹੁਣ ਗੱਡੀਆਂ ਪਿਛਾਂਹ ਲਈ ਆਉਂਦੇ ਆ। ਇਸੇ ਸਫ਼ਰਾਂ ਦੇ ਦਰਮਿਆਨ ਇੱਕ ਹੋਰ ਝਰਨਾ ਆਏ ਓਏ ਛਾਤੀ ਨੂੰ ਕੀਤੀ ਆ ਹੋਏ ਕਿਤਨਾ ਉੱਤੋਂ ਵੀ ਬਗੀ ਜਾਂਦਾ ਤਾਂ ਬੇਵਾਰਾ ਹੋ ਗਿਆ। ਸ਼ਾਮ ਦਾ ਵੇਲਾ ਹੋ ਗਿਆ 6:54 ਤੇ ਇੱਥੇ ਹੁਣ ਤਾਪਮਾਨ ਆ 13 ਡਿਗਰੀ ਤੇ ਮੀਂਹ ਦੀਆਂ ਸੰਭਾਵਨਾਵਾਂ ਸਾਰੀ ਰਾਤ ਤੇ ਦਿਨੇ ਵੀ ਪੈਣਾ ਤੇ ਗੁਰਡੌਂਗਮਾਰ ਰੋਡ ਦੇ ਆਪਾਂ ਨੇੜੇ ਤੇੜੇ ਬੈਠੇ ਤੇ ਇੱਕ ਨਿੱਕਾ ਜਿਹਾ ਕਮਰਾ ਲੈ ਲਿਆ ਇੱਕ ਤੇ ਆਹ ਲੀੜੇ ਲਾ ਕੇ ਸਿੱਟੇ ਆ ਸਾਰੇ ਐ ਭਿੱਜਿਆ ਪਿਆ ਸਾਰਾ ਸਮਾਨਾ ਪਰ ਇੰਨਾ ਵੀ ਵਾਟਰਪ੍ਰੂਫ ਸਾਰਾ ਸਮਾਨ ਹੋਣੇ ਕਰਕੇ ਆਪਾਂ ਗਿੱਲੇ ਹੋਣ ਤੋਂ ਬਚੇ ਆ ਸਲਾਬੇ ਜ਼ਰੂਰ ਗਏ ਤੇ ਆਹ ਗੱਲਬਾਤ ਹੈ। ਆਪਾਂ ਪਹੁੰਚ ਗਏ ਹੁਣ ਲਾਚਨ ਤੇ ਇੱਥੇ ਆਪਾਂ ਕਮਰਾ ਲਿਆ ਹੋਟਲ ਦਾ ਉੱਥੇ ਰਵਾਂਗੇ ਸਾਰੇ ਰਾਤ ਮੀਂਹ ਪੈਂਦੇ ਚ ਐਂ ਪਰ ਉਹ ਜਿਹੜੇ ਪਾਏ ਸੀ ਉੱਪਰ ਉਹਨਾਂ ਨੇ ਆਪਾਂ ਨੂੰ ਭਿੱਜਣ ਦਿੱਤਾ ਜਮਾਂ ਹੀ ਤਾਂ ਕਰਕੇ ਬਚ ਜੂਗੀ। ਇੱਕ ਠੰਡ ਇੱਥੇ ਵੈਸੇ ਵੀ ਬਹੁਤ ਹੁਣ ਇੱਥੇ 14-15 ਡਿਗਰੀ ਟੈਂਪਰੇਚਰ ਆ ਤੇ ਬਾਹਰ ਮੀਂਹ ਪਈ ਜਾਂਦਾ। ਆਪਾਂ ਸਟੇ ਕਰ ਲਿਆ ਇੱਥੇ ਕਮਰੇ 'ਚ ਹੀ ਕਿਉਂਕਿ ਹਨੇਰਾ ਹੋ ਗਿਆ ਸੀ ਪੂਰਾ ਬਾਹਰ ਤੇ ਆ ਆਪਣਾ ਇੱਥੇ ਸਾਰਾ ਕਬੀਲਦਾਰੀ ਖਿਲਾਰੀ ਪਈ ਆ ਤੇ ਹੁਣ ਆਪਾਂ ਇੱਥੋਂ ਗਾਂਹ ਚੱਲਾਂਗੇ ਕੱਲ੍ਹ ਨੂੰ। ਬਲੌਗ ਦੇਖਣ ਤੋਂ ਬਾਅਦ ਇਹਨੂੰ ਸ਼ੇਅਰ ਕਰ ਦਿਓ ਅੱਗੇ, ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।